ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਸਰਕਾਰ ਨੇ ਅੱਜ 2021 ਦਾ ਬਜਟ ਕੀਤਾ ਪੇਸ਼। ਪ੍ਰਵਾਸੀਆਂ ਦਾ ਕੈਨੇਡਾ ਵਿੱਚ ਸਵਾਗਤ ਕਰਨ ਤੇ ਇਮੀਗ੍ਰੇਸ਼ਨ ਸੰਬੰਧੀ ਹੋਰ ਕਦਮਾਂ ਦੇ ਲਈ ਰੱਖਿਆ ਗਿਆ ਖਾਸ ਹਿੱਸਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਜਟ ਸੰਬੰਧੀ ਕੀ ਕੁਝ ਕਿਹਾ, ਇਹ ਵੀ ਦੱਸਾਂਗੇ। ਕੈਨੇਡਾ ਦਾ ਵੀਜ਼ਾ ਹੁੰਦੇ ਹੋਏ ਵੀ ਕਈ ਸਟੂਡੈਂਟ ਤੇ ਵਰਕ ਪਰਮਿਟ ਵਾਲੇ 에ਅਰਪੋਰਟ ਤੋਂ ਮੋੜੇ ਜਾ ਸਕਦੇ ਨੇ ਵਾਪਸ। ਦੱਸਾਂਗੇ ਇਸ ਦਾ ਕੀ ਹੈ ਕਾਰਨ। ਕਈ ਸੂਬਿਆਂ ਨੇ ਟਰੈਵਲ ਦੇ ਲਈ ਆਪਣੇ ਬਾਰਡਰ ਬੰਦ ਕਰਨ ਦੇ ਲਈ ਫੈਸਲੇ। ਦੱਸਾਂਗੇ ਕਿਵੇਂ ਲੋਕ ਹੋਣਗੇ ਪ੍ਰਭਾਵਿਤ। ਅੱਜ ਰੋਜਰਸ ਸਮੇਤ ਫਾਈਡੋ ਦੀ ਸਰਵਿਸ ਕਈ ਘੰਟੇ ਰਹੀ ਬੰਦ। ਫੋਨ ਜਾਂ ਟੈਕਸਟ ਨਹੀਂ ਸੀ ਹੋ ਰਹੇ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜਿਵੇਂ ਕਿ ਕੈਨੇਡਾ ਸਰਕਾਰ ਨੇ 2021 ਬਜਟ ਪੇਸ਼ ਕਰ ਦਿੱਤਾ ਹੈ, ਜਿਸ ਦੇ ਵਿੱਚ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇਸ ਦੇ ਬਾਰੇ ਜਦੋਂ ਜਾਣਕਾਰੀ ਦਿੱਤੀ ਤਾਂ ਉਸ ਦੇ ਵਿੱਚ ਵੱਖੋ ਵੱਖਰੇ ਤੌਰ ਦੇ ਉੱਤੇ ਜੋ ਇਹ ਬਜਟ ਪੇਸ਼ ਕੀਤਾ ਗਿਆ ਵੱਖੋ ਵੱਖਰੇ ਵਿਭਾਗਾਂ ਤੇ ਅਦਾਰਿਆਂ ਦੇ ਵਾਸਤੇ ਤੇ ਜਿਹੜੇ ਕੰਮ ਨੇ ਟੀਚੇ ਮਿੱਥੇ ਗਏ ਨੇ ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਬਜਟ ਦੇ ਬਾਰੇ ਵਿਸਥਾਰ ਦੇ ਵਿੱਚ ਇੱਕ ਚੀਜ਼ ਦੇ ਬਾਰੇ ਜਾਣਕਾਰੀ ਅਸੀਂ ਤੁਹਾਨੂੰ ਜਲਦ ਹੀ ਇੱਕ ਵੱਖਰੀ ਪੇਸ਼ਕਸ਼ ਦੇ ਵਿੱਚ ਦੇਵਾਂਗੇ। ਇਸ ਦੇ ਨਾਲ ਹੀ ਇਸ ਬਜਟ ਦੇ ਵਿੱਚ ਇਮੀਗ੍ਰੇਸ਼ਨ ਦਾ ਵੀ ਜ਼ਿਕਰ ਖਾਸ ਤੌਰ ਦੇ ਉੱਤੇ ਕੀਤਾ ਗਿਆ ਕਿ ਕਿਸ ਤਰ੍ਹਾਂ ਇਸ ਬਜਟ ਦੇ ਰਾਹੀਂ ਜੋ ਇਮੀਗ੍ਰੇਸ਼ਨ ਨਾਲ ਸੰਬੰਧਿਤ ਮਦਦ ਹੈ, ਜਿਵੇਂ ਕਿ ਡਿਜੀਟਲ ਕਰਨਾ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਕਿ ਹਜੇ ਵੀ ਜਿਵੇਂ ਪੇਪਰ ਫਾਈਲਸ ਲੱਗਦੀਆਂ ਨੇ ਤੇ ਹੋਰ ਡਿਜੀਟਲ ਕੀਤੇ ਜਾਣ ਦੇ ਬਾਰੇ ਗੱਲ ਕੀਤੀ ਗਈ। ਉਸ ਬਜਟ ਦੇ ਵਿੱਚ ਅਜਿਹਾ ਹਿੱਸਾ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸਹੂਲਤਾਂ ਨੂੰ ਹੋਰ ਵਧੀਆ ਕਰਨ ਦੇ ਵਾਸਤੇ ਤੇ ਪ੍ਰਵਾਸੀਆਂ ਨੂੰ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਬੁਲਾਇਆ ਜਾਣਾ ਹੈ ਉਸ ਸੰਬੰਧੀ ਜੋ ਵੱਖੋ ਵੱਖਰੇ ਕਦਮ ਚੁੱਕੇ ਜਾਂਦੇ ਨੇ ਉਹਨਾਂ ਦੀ ਮਦਦ ਦੇ ਵਾਸਤੇ ਵੱਖਰੇ ਤੌਰ ਦੇ ਉੱਤੇ ਜੋ ਬਜਟ ਹੈ ਉਹ ਵੀ ਐਲਾਨਿਆ ਗਿਆ ਹੈ, ਜਿਸ ਦੇ ਬਾਰੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ, ਜਿਨ੍ਹਾਂ ਕਿਹਾ ਕਿ ਜਿਹੜੇ ਟੈਲੈਂਟਡ ਤੇ ਸਕਿਲਡ ਲੋਕ ਨੇ ਉਹਨਾਂ ਦਾ ਉਹ ਪਹਿਲਾਂ ਕੈਨੇਡਾ ਵਿੱਚ ਸਵਾਗਤ ਕਰਨਾ ਚਾਹੁੰਦੇ ਨੇ ਤੇ ਇਸ ਦੇ ਬਾਰੇ ਉਹਨਾਂ ਦੇ ਵੱਲੋਂ ਜੋ ਕਦਮ ਚੁੱਕੇ ਜਾਣਗੇ ਉਹ ਵੀ ਇਸ ਦੇ ਵਿੱਚ ਇੱਕ ਹਿੱਸਾ ਹੈ ਕਿ ਆਰਥਿਕਤਾ ਨੂੰ ਕੈਨੇਡਾ ਦੀ ਨੂੰ ਹੋਰ ਵਧੀਆ ਬਣਾਉਣ ਦੇ ਵਾਸਤੇ, ਮਜ਼ਬੂਤ ਬਣਾਉਣ ਦੇ ਵਾਸਤੇ ਇਸ ਉੱਤੇ ਫੈਸਲੇ ਲਏ ਜਾਣਗੇ। We intend to draw even more talented, highly skilled people to Canada, including international students. Investments in this budget will support an immigration system that is easier to navigate, more efficient in welcoming the dynamic new Canadians who add to Canada's. ਤਾਂ ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਜਟ ਦੇ ਬਾਰੇ ਜਦੋਂ ਜਾਣਕਾਰੀ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਨਵੀਆਂ ਨੌਕਰੀਆਂ ਲਿਆਉਣ ਦੇ ਬਾਰੇ ਇਸ ਦੇ ਵਿੱਚ ਪਲਾਨ ਹੈ ਤੇ ਇਸ ਦੇ ਨਾਲ ਹੀ ਵੱਖਰੇ ਤੌਰ ਦੇ ਉੱਤੇ ਕੋਵਿਡ-19 ਦੇ ਕਰਕੇ ਵੀ ਜੋ ਇਸ ਬਜਟ ਦੇ ਵਿੱਚ ਹਿੱਸਾ ਰੱਖਿਆ ਗਿਆ ਤੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕਾਮਿਆਂ ਨੂੰ ਹੋਰ ਜ਼ਿਆਦਾ ਜਿਨ੍ਹਾਂ ਦੇ ਕੋਲ ਇਸ ਸਮੇਂ ਨੌਕਰੀਆਂ ਨਹੀਂ ਨੇ, ਕੋਵਿਡ-19 ਦੇ ਕਰਕੇ ਕੰਮ ਛੁੱਟ ਗਏ ਤੇ ਜਿਹੜੇ ਵਪਾਰ ਨੇ ਉਹਨਾਂ ਦਾ ਨੁਕਸਾਨ ਹੋਇਆ, ਉਸ ਦੇ ਵਾਸਤੇ ਆਰਥਿਕ ਪੱਧਰ ਦੇ ਉੱਤੇ ਮਦਦ ਦੇਣ ਦੇ ਵਾਸਤੇ ਉਸ ਦੇ ਵਿੱਚ ਹਿੱਸਾ ਰੱਖਿਆ ਗਿਆ, ਜਿਸ ਦੇ ਵਿੱਚ ਇਹ ਕੋਸ਼ਿਸ਼ ਹੈ ਕਿ ਕੈਨੇਡਾ ਵਿੱਚ ਜਿੱਥੇ ਇੱਕ ਪਾਸੇ ਜੋ ਆਰਥਿਕਤਾ ਹੈ ਉਹ ਮਜ਼ਬੂਤ ਹੋਵੇ ਤਾਂ ਹਰ ਕੈਨੇਡਾ ਵਾਸੀ ਹੈ ਜੋ ਉਹਨਾਂ ਨੂੰ ਜਿਹੜੀਆਂ ਸਰਕਾਰ ਤੋਂ ਲੋੜੀਂਦੀਆਂ ਸਹੂਲਤਾਂ ਨੇ ਉਹ ਵੀ ਮਿਲਣ, ਜਿਸ ਦੇ ਵਿੱਚ ਚਾਈਲਡ ਕੇਅਰ ਦੇ ਵਾਸਤੇ ਵੀ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ ਹੈ। ਜਿਵੇਂ ਕਿ ਤੁਹਾਨੂੰ ਦੱਸਿਆ ਕਿ ਬਜਟ 2021 ਦੇ ਬਾਰੇ ਖਾਸ ਇੱਕ ਪੇਸ਼ਕਸ਼ ਤੁਹਾਨੂੰ ਪੂਰੀ ਦਿਖਾਵਾਂਗੇ, ਉਸ ਬਜਟ ਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਜਿਵੇਂ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਜਾਂ ਵਰਕ ਪਰਮਿਟ ਦੇ ਉੱਤੇ ਨੇ, ਜਿਹੜੇ ਵਰਕ ਪਰਮਿਟ ਜਿਨ੍ਹਾਂ ਨੂੰ ਮਿਲਦਾ ਹੈ ਉਹ ਕੈਨੇਡਾ ਵਿੱਚ ਆਉਂਦੇ ਨੇ ਤਾਂ ਭਾਰਤ ਵਿੱਚੋਂ ਜਿਹੜੇ ਆਉਂਦੇ ਨੇ, ਕੈਨੇਡਾ ਹਾਈ ਕਮਿਸ਼ਨ ਨੇ ਜਾਣਕਾਰੀ ਜਾਰੀ ਕੀਤੀ ਹੈ ਕਿ ਜਦੋਂ ਵੀ ਤੁਸੀਂ ਜਿਵੇਂ ਆਪਣਾ ਟ੍ਰਿਪ ਪਲਾਨ ਕਰਨਾ ਹੈ ਤੇ ਤੁਸੀਂ ਟਰੈਵਲ ਕਰਨ ਦੇ ਵਾਸਤੇ ਜਦੋਂ 에ਅਰਪੋਰਟ ਦੇ ਉੱਤੇ ਪਹੁੰਚ ਸਕਦੇ ਹੋ, ਬੇਸ਼ੱਕ ਤੁਹਾਡੇ ਕੋਲ ਵੀਜ਼ਾ ਵੀ ਮੌਜੂਦ ਹੈ, ਪਰ ਤੁਹਾਨੂੰ ਇੱਕ ਚੀਜ਼ ਦੇ ਉੱਤੇ ਧਿਆਨ ਦੇਣਾ ਪਵੇਗਾ ਕਿ ਜੇਕਰ ਤੁਹਾਡਾ ਮੈਡੀਕਲ ਐਕਸਪਾਇਰ ਹੋ ਗਿਆ ਹੈ ਤਾਂ ਤੁਹਾਨੂੰ ਉੱਥੇ ਤੋਂ ਜਿਹੜਾ ਕੈਨੇਡਾ ਹੈ ਉਹ ਨਹੀਂ ਆਉਣ ਦਿੱਤਾ ਜਾਵੇਗਾ। ਇਸ ਬਾਰੇ ਜਿਹੜੀ ਜਾਣਕਾਰੀ ਪੂਰੀ ਸਾਂਝੀ ਕੀਤੀ ਉਹ ਤੁਹਾਨੂੰ ਦੱਸਾਂਗੇ। ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਵਾਸਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਆਉਂਦੇ ਨੇ ਜਾਂ ਫਿਰ ਜਿਹੜੇ ਵਰਕ ਪਰਮਿਟ ਦੇ ਉੱਤੇ ਨੇ ਤੇ ਉਹ ਕੈਨੇਡਾ ਆਉਂਦੇ ਨੇ, ਉਹਨਾਂ ਦੇ ਕੋਲ ਵੈਲਿਡ ਮੈਡੀਕਲ ਐਗਜ਼ਾਮੀਨੇਸ਼ਨ ਹੋਣਾ ਜ਼ਰੂਰੀ ਹੈ ਜਦੋਂ ਉਹ ਕੈਨੇਡਾ ਦੇ ਵਾਸਤੇ ਟਰੈਵਲ ਕਰ ਰਹੇ ਹੋਣ। ਇਸ ਦੌਰਾਨ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੇਕਰ ਤੁਹਾਡੇ ਕੋਲ ਵੀਜ਼ਾ ਮੌਜੂਦ ਹੋਵੇ ਪਰ ਤੁਹਾਡਾ ਮੈਡੀਕਲ ਐਕਸਪਾਇਰ ਹੋ ਚੁੱਕਿਆ ਹੋਵੇ ਤਾਂ ਵੀ ਤੁਹਾਨੂੰ ਫਲਾਈਟ ਚੜ੍ਹਨ ਨਹੀਂ ਦਿੱਤਾ ਜਾਵੇਗਾ। ਜੇਕਰ ਤੁਸੀਂ ਟਿਕਟ ਵੀ ਲੈ ਲਈ ਹੈ ਤੇ ਆਪਣਾ ਟ੍ਰਿਪ ਪਲਾਨ ਕਰ ਲਿਆ ਹੈ, 에ਅਰਪੋਰਟ ਦੇ ਉੱਤੇ ਪਹੁੰਚਦੇ ਹੋ ਤਾਂ ਇਮੀਗ੍ਰੇਸ਼ਨ ਆਫੀਸਰ ਤੁਹਾਨੂੰ ਇਹ ਕਹਿ ਕੇ ਵਾਪਸ ਭੇਜ ਸਕਦਾ ਹੈ ਕਿ ਤੁਹਾਡਾ ਵੀਜ਼ਾ ਐਕਟਿਵ ਨਹੀਂ ਹੈ। ਦਰਅਸਲ ਉਸ ਦੇ ਪਿੱਛੇ ਕਾਰਨ ਇਹ ਹੈ ਕਿ ਜੇਕਰ ਤੁਹਾਡੇ ਮੈਡੀਕਲ ਹੋਏ ਨੂੰ 12 ਮਹੀਨੇ ਦਾ ਸਮਾਂ ਲੰਘ ਚੁੱਕਿਆ ਹੋਵੇ ਤਾਂ ਫਿਰ ਤੁਹਾਨੂੰ ਟਰੈਵਲ ਨਹੀਂ ਕਰਨ ਦਿੱਤਾ ਜਾ ਸਕਦਾ, ਜਿਸ ਦੇ ਵਾਸਤੇ ਉਹਨਾਂ ਨੇ ਕਿਹਾ ਹੈ ਕਿ ਜੋ ਮੈਡੀਕਲ ਕਰਵਾਇਆ ਜਾਂਦਾ ਹੈ ਉਸ ਦੇ ਨਤੀਜੇ ਨੂੰ 12 ਮਹੀਨੇ ਵਾਸਤੇ ਹੀ ਸਹੀ ਮੰਨਿਆ ਜਾਂਦਾ ਹੈ ਤੇ ਜੇਕਰ 12 ਮਹੀਨੇ ਪੂਰੇ ਹੋ ਚੁੱਕੇ ਹੋਣ
ਤਾਂ ਤੁਸੀਂ ਦੁਬਾਰਾ ਤੋਂ ਅਪਾਇੰਟਮੈਂਟ ਲੈਣੀ ਹੈ, ਅਧਿਕਾਰੀਆਂ ਨਾਲ ਸੰਪਰਕ ਕਰਨਾ ਹੈ ਤੇ ਆਪਣਾ ਮੈਡੀਕਲ ਕਰਵਾਉਣਾ ਹੈ, ਤਾਂ ਹੀ ਤੁਸੀਂ ਟਰੈਵਲ ਕਰ ਸਕਦੇ ਹੋ। ਇੱਥੇ ਇਹ ਵੀ ਹੈ ਕਿ ਸ਼ਾਇਦ ਇਹ ਉਹਨਾਂ ਦੇ ਵਾਸਤੇ ਹੀ ਹੈ ਜਿਹੜੇ ਕਿ ਪਹਿਲੀ ਵਾਰ ਕੈਨੇਡਾ ਆਉਂਦੇ ਨੇ ਸਟੂਡੈਂਟ ਵੀਜ਼ਾ ਦੇ ਉੱਤੇ ਜਾਂ ਫਿਰ ਵਰਕ ਪਰਮਿਟ ਦੇ ਉੱਤੇ, ਜਿਸ ਤੋਂ ਬਾਅਦ ਉਹਨਾਂ ਦੀ ਮੈਡੀਕਲ ਰਿਪੋਰਟ ਵੈਲਿਡ ਹੋਣੀ ਚਾਹੀਦੀ ਹੈ, ਤਾਂ ਹੀ ਉਹਨਾਂ ਦੇ ਵੀਜ਼ੇ ਨੂੰ ਵੈਲਿਡ ਮੰਨਿਆ ਜਾਵੇਗਾ। ਦਰਅਸਲ ਅਜਿਹੀ ਕੋਈ ਦਿੱਕਤ ਪਹਿਲਾਂ ਇਸ ਕਰਕੇ ਸਾਹਮਣੇ ਨਹੀਂ ਆਈ ਕਿਉਂਕਿ ਜਦੋਂ ਵੀ ਮੈਡੀਕਲ ਹੁੰਦਾ ਸੀ ਤਾਂ ਉਸ ਤੋਂ ਬਾਅਦ ਵੀਜ਼ਾ ਕੁਝ ਹੀ ਸਮੇਂ 'ਚ ਆ ਜਾਂਦਾ ਸੀ ਤੇ ਇੰਟਰਨੈਸ਼ਨਲ ਸਟੂਡੈਂਟ ਉਸ ਤੋਂ 1-2 ਮਹੀਨੇ ਬਾਅਦ ਕੈਨੇਡਾ ਦੇ ਵਾਸਤੇ ਟਰੈਵਲ ਕਰ ਲੈਂਦੇ ਸਨ। ਪਰ ਸਾਲ 2020 ਦੇ ਵਿੱਚ ਵੀਜ਼ਾ ਆਉਣ ਦੇ ਵਿੱਚ ਕਾਫੀ ਦੇਰੀ ਹੋਈ। ਪਾਸਪੋਰਟ ਵੀ ਜਦੋਂ ਜਮ੍ਹਾਂ ਕਰਵਾਏ ਗਏ ਤਾਂ ਉਸ ਦੇ ਵਾਸਤੇ ਵੀ ਲੰਮੀ ਉਡੀਕ ਕਰਨੀ ਪਈ। ਤਾਂ ਹੋ ਸਕਦਾ ਕਿ ਜਦੋਂ ਤੁਸੀਂ ਮੈਡੀਕਲ ਕਰਵਾਇਆ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਆਪਣਾ ਟ੍ਰਿਪ ਪਲਾਨ ਕੀਤਾ ਵੀਜ਼ਾ ਆਉਣ ਤੋਂ ਬਾਅਦ ਤਾਂ ਉਦੋਂ ਤੱਕ 12 ਮਹੀਨੇ ਲੰਘ ਚੁੱਕੇ ਹੋਣ, ਜਿਸ ਕਰਕੇ ਜਦੋਂ ਟਰੈਵਲ ਕਰਨ ਦੇ ਵਾਸਤੇ ਫਲਾਈਟ ਲੈਣ ਦੇ ਲਈ ਇੰਟਰਨੈਸ਼ਨਲ ਸਟੂਡੈਂਟ ਜਾਂ ਵਰਕ ਪਰਮਿਟ ਵਾਲੇ ਜਾਂਦੇ ਨੇ ਤਾਂ ਉਹਨਾਂ ਨੂੰ ਉੱਥੋਂ ਕਈ ਵਾਰ ਵਾਪਸ ਭੇਜ ਦਿੱਤਾ ਜਾਂਦਾ ਹੈ, ਜਦਕਿ ਉਹਨਾਂ ਦੇ ਕੋਲ ਵੀਜ਼ਾ ਵੀ ਮੌਜੂਦ ਹੁੰਦਾ ਹੈ। ਤਾਂ ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਇਹ ਧਿਆਨ ਦਿੱਤਾ ਜਾਵੇ ਕਿ ਜਦੋਂ ਵੀ ਤੁਸੀਂ ਟਰੈਵਲ ਕਰਨਾ ਹੈ ਆਪਣੇ ਵੀਜ਼ਾ ਦੇ ਨਾਲ ਤਾਂ ਤੁਹਾਡਾ ਮੈਡੀਕਲ ਹੋਏ ਨੂੰ 12 ਮਹੀਨੇ ਤੋਂ ਵੱਧ ਦਾ ਸਮਾਂ ਨਾ ਹੋਇਆ ਹੋਵੇ। ਇਸ ਦੇ ਵਿੱਚ ਇਹ ਵੀ ਹੈ ਕਿ ਜੇਕਰ ਤੁਸੀਂ ਸਿਰਫ 6 ਮਹੀਨੇ ਦੇ ਵਾਸਤੇ ਵਿਜ਼ਿਟਰ ਵੀਜ਼ਾ ਦੇ ਉੱਤੇ ਜਾ ਰਹੇ ਹੋ ਤਾਂ ਉਸ ਦੇ ਵਾਸਤੇ ਮੈਡੀਕਲ ਐਗਜ਼ਾਮ ਦੀ ਲੋੜ ਨਹੀਂ ਹੁੰਦੀ। ਇਹ ਸਿਰਫ ਖਾਸ ਤੌਰ ਤੇ ਉਹਨਾਂ ਦੇ ਵਾਸਤੇ ਹੈ ਜਿਨ੍ਹਾਂ ਨੇ ਕੰਮ ਕਰਨ ਦੇ ਲਈ ਜਾਣਾ ਹੈ ਜਾਂ ਫਿਰ ਪੜ੍ਹਾਈ ਕਰਨ ਦੇ ਵਾਸਤੇ ਜਾਣਾ ਹੈ ਤੇ ਜਿਨ੍ਹਾਂ ਨੂੰ ਮੈਡੀਕਲ ਪਹਿਲਾਂ ਕਿਹਾ ਜਾਂਦਾ ਹੈ ਕਰਵਾਉਣ ਦੇ ਵਾਸਤੇ ਜਦੋਂ ਉਹਨਾਂ ਦਾ ਵੀਜ਼ਾ ਆਉਣਾ ਹੁੰਦਾ ਹੈ। ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ ਇਸ ਸਮੇਂ ਕਾਫੀ ਮਾਮਲੇ ਅਜਿਹੇ ਸਾਹਮਣੇ ਆ ਰਹੇ ਸਨ ਜਿਸ ਦੇ ਵਿੱਚ ਏਅਰਪੋਰਟ ਤੋਂ ਇੰਟਰਨੈਸ਼ਨਲ ਸਟੂਡੈਂਟ ਨੇ ਕਈ ਉਹਨਾਂ ਨੂੰ ਵਾਪਸ ਇਮੀਗ੍ਰੇਸ਼ਨ ਆਫਿਸਰ ਵੱਲੋਂ ਭੇਜਿਆ ਜਾ ਰਿਹਾ ਸੀ ਇਨਐਕਟਿਵ ਵੀਜ਼ਾ ਦੱਸਦੇ ਹੋਏ। ਤਾਂ ਉਸ ਤੋਂ ਬਾਅਦ ਉਹ ਲਗਾਤਾਰ ਸਵਾਲ ਪੁੱਛ ਰਹੇ ਸੀ ਕਿ ਵੀਜ਼ਾ ਹੁੰਦੇ ਹੋਏ ਵੀ ਉਹਨਾਂ ਨੂੰ ਵਾਪਸ ਕਿਉਂ ਭੇਜਿਆ ਗਿਆ। ਤਾਂ ਹੋ ਸਕਦਾ ਹੈ ਇਸੇ ਕਰਕੇ ਹਾਈ ਕਮਿਸ਼ਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਅਗਲੀ ਖਬਰ ਹੈ ਜੋ ਕਿਊਬੈਕ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਦਾਖਲਾ ਲਿਆ ਗਿਆ ਉਹਨਾਂ 10 ਕਾਲਜਸ ਦੇ ਵਿੱਚ, ਜਿੱਥੇ ਉਹਨਾਂ ਦੇ ਵੱਲੋਂ ਕੋਈ ਵੀ ਜਵਾਬ ਇਸ ਸਮੇਂ ਨਹੀਂ ਦਿੱਤਾ ਜਾ ਰਿਹਾ, ਜਿਨ੍ਹਾਂ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ। ਬਾਅਦ 'ਚ ਬੇਸ਼ੱਕ ਉਹ ਸਸਪੈਂਸ਼ਨ ਹਟਾ ਵੀ ਦਿੱਤੀ ਗਈ, ਪਰ ਇੰਟਰਨੈਸ਼ਨਲ ਸਟੂਡੈਂਟ ਇਸ ਸਮੇਂ ਕਾਫੀ ਜ਼ਿਆਦਾ ਖੱਜਲ ਹੋ ਰਹੇ ਨੇ, ਜਿਨ੍ਹਾਂ ਦੇ ਵੱਲੋਂ ਕਾਫੀ ਸਵਾਲ ਪੁੱਛੇ ਜਾ ਰਹੇ ਨੇ। ਅਸੀਂ ਵੀ ਇਮੀਗ੍ਰੇਸ਼ਨ ਵਿਭਾਗ ਨੂੰ ਇਸੇ ਨੂੰ ਲੈ ਕੇ ਸਵਾਲ ਪੁੱਛੇ ਸਨ, ਇਸ ਦੇ ਉੱਤੇ ਪੂਰੀ ਤਰ੍ਹਾਂ ਜਾਣਕਾਰੀ ਕਿ ਆਖਿਰ ਜਿਹੜੇ ਉਹ ਕਾਲਜ ਨੇ ਉਹ ਕਿਉਂ ਨਹੀਂ ਜਵਾਬ ਦੇ ਰਹੇ ਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਜਿਹੜੇ ਸਵਾਲ ਪੁੱਛੇ ਜਾ ਰਹੇ ਨੇ ਅਧਿਕਾਰੀ ਉਸ ਦੇ ਉੱਤੇ ਜਾਣਕਾਰੀ ਇਸ ਸਮੇਂ ਕੁਝ ਸਾਫ਼ ਤੌਰ ਦੇ ਉੱਤੇ ਨਹੀਂ ਦੇ ਰਹੇ। ਪਰ ਜਿਹੜੀ ਵੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਉਹ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਕਿਊਬੈਕ ਦੇ ਕਾਲਜਸ ਦੇ ਵਿੱਚ ਜਿਨ੍ਹਾਂ ਨੇ ਆਪਣੇ ਦਾਖਲੇ ਦੇ ਵਾਸਤੇ ਅਰਜ਼ੀਆਂ ਲਾਈਆਂ, ਫੀਸ ਵੀ ਭਰੀ ਤੇ ਉਹ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਨੂੰ ਕੋਈ ਜਵਾਬ ਨਹੀਂ ਆ ਰਿਹਾ, ਇਸ ਦੇ ਉੱਤੇ PNCN ਦੀ ਟੀਮ ਨੇ ਇਮੀਗ੍ਰੇਸ਼ਨ ਵਿਭਾਗ ਦੇ ਨਾਲ ਸੰਪਰਕ ਕੀਤਾ ਹੈ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਇਮੀਗ੍ਰੇਸ਼ਨ ਵਿਭਾਗ ਤੋਂ ਅਸੀਂ ਸਵਾਲ ਕੀ ਪੁੱਛਿਆ ਤਾਂ ਉਸ ਤੋਂ ਬਾਅਦ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਉੱਤੇ ਦਿੱਤੇ ਗਏ ਜਵਾਬ ਦੇ ਬਾਰੇ ਦੱਸਾਂਗੀ। ਇਸ ਦੌਰਾਨ ਇਮੀਗ੍ਰੇਸ਼ਨ ਵਿਭਾਗ ਨੂੰ ਸਵਾਲ ਇਹ ਪੁੱਛਿਆ ਗਿਆ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਨੇ ਕਿਊਬੈਕ ਦੇ ਉਹਨਾਂ ਕਾਲਜਸ ਦੇ ਵਿੱਚ ਦਾਖਲਾ ਲਿਆ ਜਿਨ੍ਹਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਸੀ, ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਨੇ ਆਪਣੀ ਪੂਰੀ ਫੀਸ ਪਹਿਲਾਂ ਤੋਂ ਹੀ ਭਰ ਦਿੱਤੀ ਹੈ ਪਰ ਉਹਨਾਂ ਨੂੰ ਕਾਲਜਸ ਤੋਂ ਕੋਈ ਵੀ ਜਵਾਬ ਨਹੀਂ ਆ ਰਿਹਾ ਤੇ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਇਸ ਦੇ ਕਰਕੇ ਮਾਨਸਿਕ ਪਰੇਸ਼ਾਨੀ ਦਾ ਵੀ ਸਾਹਮਣਾ ਕਰ ਰਹੇ ਨੇ ਤੇ ਲਗਾਤਾਰ ਉਹਨਾਂ ਦੇ ਵੱਲੋਂ ਅਧਿਕਾਰੀਆਂ ਤੋਂ ਸਵਾਲ ਪੁੱਛੇ ਜਾ ਰਹੇ ਨੇ ਪਰ ਇਸ ਦਾ ਕੋਈ ਵੀ ਜਵਾਬ ਨਹੀਂ ਦੇ ਰਿਹਾ। ਇਸ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਤੋਂ ਅੱਗੇ ਅਸੀਂ ਪੁੱਛਿਆ ਕਿ ਕਿਰਪਾ ਕਰਕੇ ਇਸ ਦੇ ਉੱਤੇ ਕੋਈ ਅਪਡੇਟ ਦਿੱਤੀ ਜਾਵੇ ਤੇ ਨਾਲ ਹੀ ਇਮੀਗ੍ਰੇਸ਼ਨ ਮੰਤਰੀ ਦਾ ਇਸ ਦੇ ਉੱਤੇ ਕੀ ਕਹਿਣਾ ਉਹ ਵੀ ਦੱਸਿਆ ਜਾਵੇ। ਤਾਂ ਹੁਣ ਤੁਹਾਨੂੰ ਅਸੀਂ ਦੱਸਾਂਗੇ ਕਿ ਇਮੀਗ੍ਰੇਸ਼ਨ ਵਿਭਾਗ ਨੇ PNCN ਨੂੰ ਜਵਾਬ ਦੇ ਵਿੱਚ ਇਸ ਦੇ ਉੱਤੇ ਕੀ ਜਾਣਕਾਰੀ ਦਿੱਤੀ ਹੈ। ਇਮੀਗ੍ਰੇਸ਼ਨ ਵਿਭਾਗ ਨੇ ਸਭ ਤੋਂ ਪਹਿਲਾਂ ਕਿਹਾ ਕਿ ਜਿਵੇਂ ਉਹ ਕਿਸੇ ਖਾਸ ਕੇਸ ਦੇ ਲਈ ਅੰਦਾਜ਼ਾ ਨਹੀਂ ਲਾ ਸਕਦੇ, ਪਰ ਉਹਨਾਂ ਕਿਹਾ ਕਿ ਅਜਿਹੇ ਬਹੁਤ ਸਾਰੇ ਕਾਰਨ ਨੇ ਕਿ ਸਟੱਡੀ ਪਰਮਿਟ ਦੇ ਲਈ ਅਰਜ਼ੀਆਂ ਜੋ ਮਹਾਮਾਰੀ ਦੀ ਸ਼ੁਰੂਆਤ ਮੌਕੇ ਬਹੁਤ ਪਹਿਲਾਂ ਦੀਆਂ ਲੱਗੀਆਂ ਹੋਈਆਂ ਨੇ, ਹੋ ਸਕਦਾ ਉਹਨਾਂ ਵਿੱਚੋਂ ਕਈਆਂ ਦੀ ਪ੍ਰਕਿਰਿਆ ਹੁਣ ਤੱਕ ਚੱਲ ਰਹੀ ਹੋਵੇ ਤੇ ਅਜੇ ਤੱਕ ਉਹਨਾਂ ਦੇ ਉੱਤੇ ਕੋਈ ਫੈਸਲਾ ਨਹੀਂ ਲਿਆ ਗਿਆ। ਜਿਨ੍ਹਾਂ ਕਿਹਾ ਕਿ ਮਾਰਚ ਤੋਂ ਅਕਤੂਬਰ 2020 ਤੱਕ ਜਿਵੇਂ ਕਿ ਟਰੈਵਲ ਨੂੰ ਲੈ ਕੇ ਜੋ ਰੋਕ ਲੱਗੀ ਹੋਈ ਸੀ ਕਿ ਕਈ ਇੰਟਰਨੈਸ਼ਨਲ ਸਟੂਡੈਂਟ ਵੀ ਟਰੈਵਲ ਨਹੀਂ ਕਰ ਸਕਦੇ, ਬੇਸ਼ੱਕ ਉਹਨਾਂ ਦੇ ਸਟੱਡੀ ਪਰਮਿਟ ਵੀ ਅਪਰੂਵ ਹੋ ਗਏ ਹੋਣ, ਤਾਂ ਉਸ ਸਮੇਂ ਵਿੱਚ ਇਮੀਗ੍ਰੇਸ਼ਨ ਦੇ ਕੰਮ ਦੀ ਰਫ਼ਤਾਰ ਵੀ ਘੱਟ ਹੋ ਗਈ ਸੀ। ਅਜਿਹੇ ਦੌਰਾਨ ਮੁੱਖ ਤੌਰ ਦੇ ਉੱਤੇ ਪਹਿਲ ਉਹਨਾਂ ਅਰਜ਼ੀਆਂ ਦੀ ਪ੍ਰਕਿਰਿਆ ਪੂਰੀ ਕਰਨ ਦੇ ਵਾਸਤੇ ਦਿੱਤੀ ਗਈ ਜਿਨ੍ਹਾਂ ਦੇ ਉੱਤੇ ਟਰੈਵਲ ਰੋਕ ਨਹੀਂ ਸੀ ਲੱਗੀ ਹੋਈ, ਜਿਵੇਂ ਕਿ ਕੈਨੇਡਾ ਵਾਸੀਆਂ ਦੇ ਪਰਿਵਾਰਕ ਮੈਂਬਰ ਤੇ ਖੇਤੀਬਾੜੀ ਸਮੇਤ ਸਿਹਤ ਕਾਮੇ। ਪਰ ਜਦੋਂ ਅਕਤੂਬਰ ਮਹੀਨੇ ਟਰੈਵਲ ਰੋਕ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਹਟਾਈ ਗਈ ਤਾਂ IRCC ਨੇ ਪਹਿਲ ਦੇ ਆਧਾਰ ਦੇ ਉੱਤੇ ਉਹਨਾਂ ਸਟੱਡੀ ਪਰਮਿਟਸ ਦੀਆਂ ਅਰਜ਼ੀਆਂ ਦੇ ਉੱਤੇ ਕੰਮ ਕੀਤਾ ਜਿਸ ਦੇ ਵਿੱਚ ਵਿਦਿਆਰਥੀਆਂ ਨੇ ਉਹਨਾਂ ਅਜਿਹੇ DLI ਯਾਨੀ ਕਿ
ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨਸ ਦੇ ਵਿੱਚ ਦਾਖਲਾ ਲਿਆ ਸੀ, ਜਿਨ੍ਹਾਂ ਦੇ ਕੋਲ ਕੋਵਿਡ-19 ਰੈਡੀਨੈਸ ਪਲਾਨ ਮੌਜੂਦ ਸਨ ਤੇ ਉਹਨਾਂ ਕੋਲ ਆਪਣੇ ਸੂਬੇ ਜਾਂ ਟੈਰੀਟਰੀ ਤੋਂ ਅਪਰੂਵਲ ਮੌਜੂਦ ਸੀ। ਤੇ ਜਦੋਂ ਅਪਰੂਵਲ ਵਾਲੇ ਕਾਲਜ ਤੇ ਯੂਨੀਵਰਸਿਟੀਜ਼ ਦੀ ਸੂਚੀ ਜਾਰੀ ਕੀਤੀ ਗਈ ਤਾਂ ਅੱਧ ਤੋਂ ਵੀ ਘੱਟ DLI ਅਜਿਹੇ ਸਨ ਜਿਨ੍ਹਾਂ ਕੋਲ ਕੋਵਿਡ-19 ਰੈਡੀਨੈਸ ਪਲਾਨ ਸੀ। ਉਦੋਂ ਤੋਂ ਹੀ ਹਰ 2 ਹਫ਼ਤੇ ਬਾਅਦ ਇਸ ਸੂਚੀ ਨੂੰ ਅਪਡੇਟ ਕੀਤਾ ਜਾ ਰਿਹਾ ਹੈ ਤੇ ਸੂਚੀ ਵਿੱਚ DLI ਵਧਦੇ ਜਾ ਰਹੇ ਨੇ, ਜਿਸ ਦੇ ਲਈ ਇਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਕਿ ਕਰੀਬ 75% ਇਸ ਸਮੇਂ ਐਕਟਿਵ ਡੈਜ਼ਿਗਨੇਟਿਡ ਇੰਸਟੀਟਿਊਸ਼ਨ ਸੂਚੀ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਕੋਲ ਕੋਵਿਡ-19 ਪਲਾਨ ਨੇ। ਮਹਾਮਾਰੀ ਦੇ ਦੌਰਾਨ IRCC ਨੇ ਅਰਜ਼ੀ ਧਾਰਕਾਂ ਨੂੰ ਇਹ ਮੌਕਾ ਵੀ ਦਿੱਤਾ ਕਿ ਉਹ ਅਧੂਰੀ ਅਰਜ਼ੀ ਲਾ ਸਕਦੇ ਨੇ ਤੇ ਪ੍ਰਕਿਰਿਆ ਚੱਲਦੀ ਹੋਣ ਮੌਕੇ ਬਾਅਦ ਵਿੱਚ ਬਾਕੀ ਦੇ ਡਾਕੂਮੈਂਟ ਦੇ ਸਕਦੇ ਨੇ। ਕੁਝ ਕੇਸਾਂ ਦੇ ਵਿੱਚ ਇਹ ਸੀ ਕਿ ਇਮੀਗ੍ਰੇਸ਼ਨ ਵਿਭਾਗ ਨੂੰ ਕਈ ਹਫ਼ਤੇ ਤੇ ਮਹੀਨਿਆਂ ਤੱਕ ਪੂਰੀਆਂ ਅਰਜ਼ੀਆਂ ਹੀ ਨਹੀਂ ਮਿਲੀਆਂ, ਜਿਸ ਕਰਕੇ ਉਹ ਅਰਜ਼ੀਆਂ ਦੇ ਉੱਤੇ ਫੈਸਲਾ ਉਦੋਂ ਤੱਕ ਨਹੀਂ ਲੈ ਸਕਦੇ ਸੀ ਜਦੋਂ ਤੱਕ ਸਾਰੇ ਹੀ ਡਾਕੂਮੈਂਟ ਜਮ੍ਹਾਂ ਨਹੀਂ ਕਰਵਾਏ ਗਏ, ਜਿਸ ਦੇ ਲਈ ਇਮੀਗ੍ਰੇਸ਼ਨ ਵਿਭਾਗ ਨੇ ਅਧੂਰੀਆਂ ਅਰਜ਼ੀਆਂ ਸੰਬੰਧੀ ਤਾਜ਼ਾ ਇੱਕ ਅਪਡੇਟ ਵੀ ਦਿੱਤੀ ਸੀ, ਜਿਸ ਦੇ ਲਈ ਉਹਨਾਂ ਕਿਹਾ ਕਿ ਪ੍ਰਕਿਰਿਆ ਨੂੰ ਲੈ ਕੇ ਜੋ ਮਹਾਮਾਰੀ ਦੇ ਕਾਰਨ ਕਈ ਚੁਣੌਤੀਆਂ ਆ ਰਹੀਆਂ ਨੇ, ਫਿਰ ਵੀ ਅਰਜ਼ੀਆਂ ਦੇ ਉੱਤੇ ਕੰਮ ਹੋ ਰਿਹਾ ਹੈ ਤੇ ਜਿੰਨੀ ਛੇਤੀ ਹੋ ਸਕਦਾ ਹੈ ਉਹਨਾਂ ਦੇ ਬਾਰੇ ਨਤੀਜੇ ਦੱਸੇ ਜਾਣਗੇ। ਖਾਸ ਤੌਰ ਦੇ ਉੱਤੇ ਇੱਥੇ ਅੱਗੇ ਕਿਊਬੈਕ ਦਾ ਜ਼ਿਕਰ ਕਰਦੇ ਹੋਏ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਉਹਨਾਂ ਅਰਜ਼ੀ ਧਾਰਕਾਂ ਦੀ ਵੀ ਸਟੱਡੀ ਪਰਮਿਟ ਦੇ ਲਈ ਪ੍ਰਕਿਰਿਆ ਚੱਲ ਰਹੀ ਹੈ ਜਿਨ੍ਹਾਂ ਨੇ ਅਜਿਹੇ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨਸ ਦੇ ਵਿੱਚ ਪੜ੍ਹਨਾ ਚੁਣਿਆ, ਜਿਨ੍ਹਾਂ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਕਿ ਕਿਊਬੈਕ ਸਰਕਾਰ ਵੱਲੋਂ ਕੀਤੀ ਜਾ ਰਹੀ ਜਾਂਚ ਦਾ ਉਹ ਇੰਸਟੀਟਿਊਸ਼ਨ ਹਿੱਸਾ ਨੇ। ਹੋਰ ਜ਼ਿਆਦਾ ਚੈਕਿੰਗ ਤੇ ਵੈਰੀਫਿਕੇਸ਼ਨਸ ਉਹਨਾਂ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਵੱਲੋਂ ਜ਼ਰੂਰੀ ਤੌਰ ਦੇ ਉੱਤੇ ਕੀਤੇ ਜਾ ਰਹੇ ਹੋ ਸਕਦੇ ਨੇ ਜਿਨ੍ਹਾਂ ਨੇ ਇਹਨਾਂ ਕੇਸਾਂ ਦੇ ਉੱਤੇ ਆਖਰੀ ਫੈਸਲਾ ਲੈਣਾ ਹੈ, ਜਿਸ ਦੇ ਨਤੀਜੇ ਵਜੋਂ ਹੀ ਪ੍ਰਕਿਰਿਆ ਇੰਨੀ ਜ਼ਿਆਦਾ ਹੌਲੀ ਚੱਲ ਰਹੀ ਹੈ। ਇਹ ਸਾਰੀ ਜਾਣਕਾਰੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਈਮੇਲ ਦੇ ਵਿੱਚ ਦਿੱਤੀ ਗਈ ਹੈ। ਕਿਊਬੈਕ ਨਾਲ ਸੰਬੰਧਿਤ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਜੋ ਸਵਾਲ ਪੁੱਛੇ ਜਾ ਰਹੇ ਸਨ ਉਸ ਦੇ ਜਵਾਬ ਵਿੱਚ, ਜਿਸ ਤੋਂ ਇਹੀ ਨਤੀਜਾ ਨਿਕਲਦਾ ਜਾਪਦਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਬਰ ਰੱਖਣ ਦੇ ਵਾਸਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿਹਾ ਜਾ ਰਿਹਾ ਹੈ ਕਿ ਸਮਾਂ ਜ਼ਰੂਰ ਲੱਗ ਰਿਹਾ ਹੈ ਪਰ ਉਹਨਾਂ ਦੀਆਂ ਫਾਈਲਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਫਿਲਹਾਲ ਇਸ ਦੇ ਉੱਤੇ ਇਹੋ ਕਿਹਾ ਜਾ ਰਿਹਾ ਹੈ ਕਿ ਸਬਰ ਕੀਤਾ ਜਾਵੇ, ਉਡੀਕ ਕੀਤੀ ਜਾਵੇ, ਪਰ ਇੰਟਰਨੈਸ਼ਨਲ ਸਟੂਡੈਂਟ ਜੋ ਕਿ ਕਾਫੀ ਮਾਨਸਿਕ ਤੌਰ ਦੇ ਉੱਤੇ ਵੀ ਪਰੇਸ਼ਾਨ ਨੇ ਤਾਂ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਚੁੱਕਣ ਦੇ ਵਾਸਤੇ ਸਾਡੀ ਟੀਮ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਅਧਿਕਾਰੀ ਜਿਹੜੇ ਇਸ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ ਤੇ ਉਹਨਾਂ ਤੋਂ ਜਵਾਬ ਲਏ ਜਾਣ। ਜਿੰਨਾ ਵੀ ਹੋ ਸਕਦਾ ਸੀ ਜਿਹੜੇ ਉਹਨਾਂ ਦੇ ਵੱਲੋਂ ਜਵਾਬ ਵੀ ਕੋਈ ਆ ਰਿਹਾ ਹੈ ਤੇ ਜਿੰਨਾ ਵੀ ਹੋ ਸਕਦਾ ਉਹਨਾਂ ਦੇ ਨਾਲ ਸੰਪਰਕ ਕਰਕੇ ਜੋ ਵੀ ਸਾਨੂੰ ਜਾਣਕਾਰੀ ਮਿਲਦੀ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਇਸ ਦੇ ਨਾਲ ਹੀ ਅਧਿਕਾਰੀਆਂ ਤੱਕ ਅਸੀਂ ਜਿਹੜੀ ਇਹ ਜਾਣਕਾਰੀ ਪੁੱਛਣ ਦੇ ਵਾਸਤੇ ਤੇ ਇਹ ਸਵਾਲ ਨੇ ਲਗਾਤਾਰ ਪਹੁੰਚਾਉਂਦੇ ਵੀ ਰਹਾਂਗੇ। ਤੇ ਹੁਣ ਰੁਖ ਅਗਲੀ ਖਬਰ ਦੇ ਵੱਲ ਕਰਦੇ ਹਾਂ। ਸਰੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੰਜਾਬੀ ਦੇ ਉੱਤੇ ਇਲਜ਼ਾਮ ਲੱਗੇ ਕਿ ਉਸਨੇ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਸਰੀ ਵਿੱਚ 51 ਸਾਲਾ ਵਿਅਕਤੀ ਬਲਵੀਰ ਸਿੰਘ ਬੋਪਾ ਰਾਏ ਨੂੰ ਗ੍ਰਿਫਤਾਰ ਕੀਤਾ ਗਿਆ, ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਸ ਦੇ ਉੱਤੇ ਕਈ ਮਾਮਲੇ ਦਰਜ ਹੋਏ ਨੇ। ਦਰਅਸਲ ਬਲਵੀਰ ਸਿੰਘ ਬੋਪਾ ਰਾਏ ਦੇ ਉੱਤੇ ਇਲਜ਼ਾਮ ਨੇ ਕਿ ਉਸਨੇ ਸਰੀ ਵਿੱਚ ਕਈ ਥਾਵਾਂ ਦੇ ਉੱਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਨਿਊਟਨ ਖੇਤਰ ਦਾ ਇਹ ਮਾਮਲਾ ਹੈ ਜਿਸ ਦੇ ਬਾਰੇ ਸਰੀ RCMP ਜਾਂਚ ਟੀਮ ਨੇ ਜਾਣਕਾਰੀ ਦਿੱਤੀ ਕਿ ਇਹ ਮਾਮਲੇ 15 ਅਪ੍ਰੈਲ ਨੂੰ ਉਸ ਮੌਕੇ ਸ਼ੁਰੂ ਹੋਏ ਜਦੋਂ 12:30 ਵਜੇ ਦੇ ਕਰੀਬ ਦੁਪਹਿਰ ਨੂੰ ਪੁਲਿਸ ਨੂੰ ਜਾਣਕਾਰੀ ਮਿਲੀ ਸਰੀ ਫਾਇਰ ਸਰਵਿਸਿਜ਼ ਦੇ ਵੱਲੋਂ ਕਿ ਕਈ ਥਾਵਾਂ ਦੇ ਉੱਤੇ ਛੋਟੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਨੇ ਤੇ ਜਾਣ-ਬੁੱਝ ਕੇ ਇਹ ਅੱਗ ਲਗਾਈ ਗਈ ਹੈ ਜੋ ਕਿ ਨਿਊਟਨ ਖੇਤਰ ਵਿੱਚ ਕੂੜੇਦਾਨਾਂ ਦੇ ਅੰਦਰ ਲਗਾਈ ਗਈ ਤੇ ਉਸ ਤੋਂ ਬਾਅਦ ਇਹ ਵੀ ਦੱਸਿਆ ਗਿਆ ਕਿ ਸਵੇਰੇ 9:30 ਵਜੇ ਤੋਂ ਇਹ ਅੱਗ ਲੱਗਣ ਦੇ ਮਾਮਲੇ ਸਾਹਮਣੇ ਆ ਰਹੇ ਨੇ, ਜਿਸ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਜਾਂਚ ਟੀਮ ਨੇ ਇਸ ਦੇ ਉੱਤੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਪਹਿਲਾਂ ਹੀ ਜਾਪ ਗਿਆ ਸੀ ਕਿ ਇਹ ਮਾਮਲੇ ਇੱਕ ਦੂਜੇ ਨਾਲ ਜੁੜੇ ਹੋਏ ਨੇ। ਤੇ ਇਸ ਤੋਂ ਬਾਅਦ ਕੀ ਹੋਇਆ ਕਿ 12:50 ਦਾ ਸਮਾਂ ਸੀ ਦੁਪਹਿਰ ਨੂੰ ਤਾਂ ਇੱਕ ਜੋ ਵੱਡਾ ਕੂੜੇਦਾਨ ਰੈਸਟੋਰੈਂਟ ਦੇ ਬਾਹਰ ਮੌਜੂਦ ਸੀ 6300 ਬਲਾਕ ਤੇ ਕਿੰਗ ਜਾਰਜ ਬੁਲੇਵਾਰਡ ਦੇ ਉੱਤੇ ਉਸ ਦੇ ਵਿੱਚ ਵੀ ਅੱਗ ਲਗਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੌਕੇ ਦੇ ਉੱਤੇ ਪਹੁੰਚ ਕੇ ਜਦੋਂ ਸਬੂਤ ਇਕੱਠੇ ਕੀਤੇ ਤਾਂ ਉਹਨਾਂ ਨੇ ਵਿਅਕਤੀ ਦੀ ਪਛਾਣ ਕਰ ਲਈ, ਜਿਨ੍ਹਾਂ ਨੂੰ ਉੱਥੇ ਤੋਂ ਪਤਾ ਲੱਗ ਗਿਆ ਕਿ ਸਾਰੀਆਂ ਅੱਗਾਂ ਲਾਉਣ ਦੇ ਪਿੱਛੇ ਇੱਕੋ ਵਿਅਕਤੀ ਹੈ। ਤੇ ਫਿਰ ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਲੱਭਣ ਦੇ ਵਾਸਤੇ ਆਲੇ ਦੁਆਲੇ ਪੈਟਰੋਲਿੰਗ ਸ਼ੁਰੂ ਕੀਤੀ ਤੇ ਇਸ ਤੋਂ ਬਾਅਦ ਬਲਵੀਰ ਸਿੰਘ ਬੋਪਾ ਰਾਏ ਨੇੜੇ ਹੀ ਇੱਕ ਬੱਸ ਸਟਾਪ ਦੇ ਉੱਤੇ ਮੌਜੂਦ ਸੀ ਜਿੱਥੇ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਛੱਡ ਵੀ ਦਿੱਤਾ ਗਿਆ ਪਰ ਉਸ ਦੇ ਉੱਤੇ ਮਾਮਲੇ ਚੱਲ ਰਹੇ ਨੇ।
ਤਾਂ ਉਧਰ ਕੋਵਿਡ-19 ਦੇ ਕਰਕੇ ਕੈਨੇਡਾ ਭਰ ਵਿੱਚ ਇਸ ਸਮੇਂ ਹਦਾਇਤਾਂ ਲਗਾਤਾਰ ਸਖਤ ਹੋ ਰਹੀਆਂ ਨੇ, ਤਾਂ ਸੂਬੇ ਆਪੋ ਆਪਣੇ ਪੱਧਰ ਦੇ ਉੱਤੇ ਵੱਖੋ ਵੱਖਰੇ ਫੈਸਲੇ ਲੈ ਰਹੇ ਨੇ, ਜੋ ਅੱਜ ਤੋਂ ਲਾਗੂ ਹੋ ਚੁੱਕਿਆ ਹੈ ਕਿ ਓਨਟਾਰੀਓ ਤੇ ਕਿਊਬੈਕ ਨੇ, ਇਹਨਾਂ ਸੂਬਿਆਂ ਨੇ ਆਪਣੇ ਬਾਰਡਰ ਨੇ ਜੋ ਉਹ ਜਿਹੜਾ ਗੈਰ ਜ਼ਰੂਰੀ ਟਰੈਵਲ ਹੈ ਉਸ ਦੇ ਵਾਸਤੇ ਬੰਦ ਕਰ ਦਿੱਤੇ ਨੇ। ਯਾਨੀ ਕਿ ਹੁਣ ਜੇਕਰ ਕਿਸੇ ਨੇ ਮੈਨੀਟੋਬਾ ਤੋਂ ਓਨਟਾਰੀਓ ਜਾਣਾ ਹੈ ਜਾਂ ਫਿਰ ਕਿਊਬੈਕ ਤੋਂ ਓਨਟਾਰੀਓ ਜਾਣਾ ਹੈ ਤਾਂ ਉਹ ਓਨਟਾਰੀਓ ਨਹੀਂ ਜਾ ਸਕਣਗੇ, ਸਿਰਫ ਉਹੀ ਜਾ ਸਕਦੇ ਨੇ ਜੇਕਰ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਜਾਂ ਫਿਰ ਜਿਹੜਾ ਕੋਈ ਜ਼ਰੂਰੀ ਕੰਮ ਆਏ ਕੰਮ ਕਰਨ ਦੇ ਵਾਸਤੇ ਉਹਨੂੰ ਓਨਟਾਰੀਓ ਜਾਣਾ ਪੈਂਦਾ ਹਰ ਰੋਜ਼, ਤਾਂ ਉਸਦੇ ਕੋਲ ਇੱਕ ਠੋਸ ਕਾਰਨ ਹੋਣਾ ਚਾਹੀਦਾ ਜਦੋਂ ਟਰੈਵਲ ਕਰ ਰਿਹਾ ਹੋਵੇ। ਨਹੀਂ ਤਾਂ ਜਿਹੜੇ ਬਾਰਡਰਸ ਦੇ ਉੱਤੇ ਸੂਬਿਆਂ ਦੇ ਬਾਰਡਰ ਨੇ ਉਹਨਾਂ ਦੇ ਉੱਤੇ ਅਧਿਕਾਰੀ ਮੌਜੂਦ ਹੋਣਗੇ ਜਿਨ੍ਹਾਂ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ, ਸਵਾਲ ਪੁੱਛੇ ਜਾ ਰਹੇ ਨੇ, ਤੇ ਜੇਕਰ ਤੁਸੀਂ ਗੈਰ ਜ਼ਰੂਰੀ ਟਰੈਵਲ ਕਰ ਰਹੇ ਹੋ ਤਾਂ ਫਾਈਨ ਵੀ ਦਿੱਤਾ ਜਾ ਰਿਹਾ ਹੈ। ਤੇ ਇਸ ਦੇ ਬਾਰੇ ਜੋ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਆਮ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਪਰੇਸ਼ਾਨੀ ਹੋਣ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਹੈ। ਤੇ ਨਾਲ ਹੀ ਜਿਹੜੇ ਅਧਿਕਾਰੀਆਂ ਦੇ ਵੱਲੋਂ ਇੱਥੇ ਜਾਣਕਾਰੀ ਦਿੱਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਇਹਨਾਂ ਹਦਾਇਤਾਂ ਦੀ ਉਲੰਘਣਾ ਨਾ ਕੀਤੀ ਜਾਵੇ। ਤਾਂ ਉਧਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਜਦੋਂ ਅੱਜ ਸੰਬੋਧਨ ਕੀਤਾ ਤਾਂ ਉਹਨਾਂ ਨੇ ਵੀ ਕੁਝ ਅਜਿਹੀ ਹੀ ਜਾਣਕਾਰੀ ਜਾਰੀ ਕੀਤੀ, ਜਿਨ੍ਹਾਂ ਕਿਹਾ ਕਿ ਜਿਹੜੇ ਵੱਖੋ ਵੱਖਰੀਆਂ ਥਾਵਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਅੰਦਰ ਵੀ, ਉੱਥੇ ਬ੍ਰਿਟਿਸ਼ ਕੋਲੰਬੀਆ ਵਾਸੀ ਇਸ ਮੌਕੇ ਘੁੰਮਣ ਵਾਸਤੇ ਨਾ ਜਾਣ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਗੈਰ ਜ਼ਰੂਰੀ ਕੰਮਾਂ ਦੇ ਵਾਸਤੇ ਦੂਰ ਨਾ ਜਾਇਆ ਜਾਵੇ, ਸਿਰਫ ਜਿਹੜੇ ਉਹਨਾਂ ਦੇ ਖੇਤਰ ਨੇ ਉਹ ਉਹਨਾਂ ਖੇਤਰਾਂ ਦੇ ਵਿੱਚ ਹੀ ਰਹਿਣ। ਜਿਸ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਦੂਜੇ ਖੇਤਰ ਦੇ ਵਿੱਚ ਜਾਂਦੇ ਵੀ ਹੋ ਤਾਂ ਉਸ ਦੇ ਲਈ ਜੋ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਵਾਲ ਵੀ ਪੁੱਛੇ ਜਾ ਸਕਦੇ ਨੇ ਤੇ ਟਿਕਟ ਵੀ ਮਿਲ ਸਕਦੀ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਇਸ ਨੂੰ ਲੈ ਕੇ ਕੋਵਿਡ-19 ਦਾ ਜਿਹੜਾ ਫੈਲਣਾ ਹੈ ਉਸ ਨੂੰ ਰੋਕਿਆ ਜਾ ਸਕੇ ਕਿ ਇਹ ਮਾਮਲੇ ਹੋਰ ਜ਼ਿਆਦਾ ਨਾ ਵਧਣ, ਇਸ ਸੰਬੰਧੀ ਅਧਿਕਾਰੀਆਂ ਦੇ ਵੱਲੋਂ ਸਾਰਿਆਂ ਨੂੰ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ, ਕੋਈ ਵੀ ਅਣਗਹਿਲੀ ਨਾ ਕੀਤੀ ਜਾਵੇ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅੱਜ ਸਵੇਰ ਤੋਂ ਹੀ ਰੋਜਰਸ ਦੇ ਜੋ ਸਿਗਨਲ ਨੇ ਉਸ ਦੇ ਵਿੱਚ ਦਿੱਕਤ ਆ ਰਹੀ ਸੀ, ਫੋਨ ਨਹੀਂ ਸੀ ਚੱਲ ਰਹੇ, ਟੈਕਸਟ ਨਹੀਂ ਸੀ ਚੱਲ ਰਹੇ, ਜਿਸ ਦੇ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਫਾਈਡੋ ਤੋਂ ਵੀ ਅਜਿਹੀ ਹੀ ਦਿੱਕਤ ਆਈ ਕਿਉਂਕਿ ਉਹ ਰੋਜਰਸ ਦੇ ਅਧੀਨ ਆਉਂਦੀ ਹੈ ਕੰਪਨੀ, ਤੇ ਜਿਸ ਕਰਕੇ ਜਿਹੜੇ ਉਹਨਾਂ ਦੇ ਫੋਨ ਨੇ ਤੇ ਟੈਕਸਟ ਮੈਸੇਜ ਨੇ ਉਹ ਕਰਨ ਦੇ ਵਿੱਚ ਲੋਕਾਂ ਨੂੰ ਦਿੱਕਤ ਆਈ। ਸ਼ਾਮ ਤੱਕ ਕਈਆਂ ਦੇ ਹੌਲੀ-ਹੌਲੀ ਕਰਕੇ ਜਿਹੜੇ ਫੋਨ ਨੇ ਉਹ ਚੱਲਣੇ ਸ਼ੁਰੂ ਹੋਏ। ਦੁਪਹਿਰ ਤੋਂ ਬਾਅਦ ਤੋਂ ਇਹ ਜਿਹੜੇ ਸਰਵਿਸ ਹੈ ਮੁੜ ਤੋਂ ਸ਼ੁਰੂ ਹੋਣ ਦੇ ਬਾਰੇ ਜਾਣਕਾਰੀ ਰੋਜਰਸ ਦੇ ਵੱਲੋਂ ਦਿੱਤੀ ਵੀ ਗਈ। ਜਦੋਂ ਸਵੇਰੇ ਕਿਸੇ ਤਕਨੀਕੀ ਖਰਾਬੀ ਦੇ ਕਰਕੇ ਇਹ ਸਰਵਿਸ ਬੰਦ ਹੋਣ ਦੇ ਬਾਰੇ ਜਾਣਕਾਰੀ ਵੀ ਸਾਹਮਣੇ ਆਈ ਸੀ ਤਾਂ ਰੋਜਰਸ ਕੰਪਨੀ ਦੇ ਵੱਲੋਂ ਵੀ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ, ਕਿਉਂਕਿ 13,000 ਦੇ ਕਰੀਬ ਉਹਨਾਂ ਨੂੰ ਸ਼ਿਕਾਇਤਾਂ ਵੀ ਪਹੁੰਚ ਗਈਆਂ ਜਦੋਂ ਫੋਨ ਨਹੀਂ ਸੀ ਲੱਗ ਰਹੇ ਤੇ ਟੈਕਸਟ ਮੈਸੇਜ ਨਹੀਂ ਸੀ ਜਾ ਰਹੇ ਸਨ। ਤਾਂ ਇਸ ਦੇ ਉੱਤੇ ਵੱਖੋ ਵੱਖਰੇ ਪੁਲਿਸ ਵਿਭਾਗ ਵੀ ਜਾਣਕਾਰੀ ਸਾਂਝੀ ਕਰ ਰਹੇ ਸਨ ਕਿ ਜੋ ਇਹ ਸਿਗਨਲ ਵਿੱਚ ਦਿੱਕਤ ਆ ਰਹੀ ਹੈ ਕਿ ਇਸ ਮੌਕੇ ਜੇਕਰ ਕਿਸੇ ਦੇ ਵੱਲੋਂ 911 ਤੇ ਫੋਨ ਵੀ ਕੀਤਾ ਜਾਂਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਫੋਨ ਕਰਕੇ ਉਹਨੂੰ ਕੱਟਿਆ ਨਾ ਜਾਵੇ, ਕਿਉਂਕਿ ਜੋ ਇਹ ਦਿੱਕਤ ਆ ਰਹੀ ਹੈ ਕਮਿਊਨੀਕੇਸ਼ਨ ਅਧਿਕਾਰੀ ਨੇ ਜਿਹੜੇ ਉਹ ਸੰਪਰਕ ਕਰ ਨਹੀਂ ਸਕ ਰਹੇ ਦੁਬਾਰਾ ਤੋਂ, ਕਿ ਉਹਨਾਂ ਦੀ ਉਹ ਥਾਂ ਨਹੀਂ ਪਛਾਣ ਸਕਦੇ ਕਿਉਂਕਿ ਜੋ ਸਿਗਨਲ ਵਿੱਚ ਵੀ ਦਿੱਕਤ ਆ ਰਹੀ ਹੈ, ਜਿਸ ਦੇ ਕਰਕੇ ਉਹਨਾਂ ਨੇ ਕਿਹਾ ਕਿ ਫੋਨ ਨੂੰ ਕੱਟਿਆ ਨਾ ਜਾਵੇ, ਸਗੋਂ ਆਪਣਾ ਜਿਹੜਾ ਜਾਣਕਾਰੀ ਦਿੱਤੀ ਜਾਵੇ ਕਿ ਕਿੱਥੇ ਕਿਸੇ ਨੂੰ ਇਸ ਦੇ ਬਾਰੇ ਲੋੜ ਹੈ। ਤਾਂ ਇਸ ਨੂੰ ਲੈ ਕੇ ਕਾਫੀ ਜਿਹੜੇ ਕੰਮ ਸੀ ਉਹਨਾਂ ਦੇ ਉੱਤੇ ਪ੍ਰਭਾਵ ਪਿਆ ਇਸ ਦਾ। ਦਰਅਸਲ ਕਿਸੇ ਸੌਫਟਵੇਅਰ ਨੂੰ ਲੈ ਕੇ ਦਿੱਕਤ ਆ ਗਈ ਸੀ ਜਿਸ ਕਰਕੇ ਉਹਨਾਂ ਦੀ ਸਰਵਿਸ ਦੇ ਉੱਤੇ ਇਸ ਦਾ ਪ੍ਰਭਾਵ ਪਿਆ, ਜਿਸ ਦਾ ਅਸਰ ਕੈਨੇਡਾ ਭਰ ਵਿੱਚ ਦੇਖਣ ਨੂੰ ਮਿਲਿਆ। ਤੇ ਅਗਲੀ ਖਬਰ ਹੈ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ ਵੀ ਐਸਟਰਾਜ਼ੈਨੇਕਾ ਦਾ ਟੀਕਾ ਲਗਵਾਉਣ ਵਾਲਿਆਂ ਦੀ ਜੋ ਘੱਟੋ-ਘੱਟ ਉਮਰ ਮਿੱਥੀ ਗਈ ਸੀ 55 ਸਾਲ, ਉਸ ਨੂੰ ਹੋਰ ਘੱਟ ਕੀਤਾ ਜਾਵੇਗਾ। ਹੁਣ 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਵੀ ਐਸਟਰਾਜ਼ੈਨੇਕਾ ਦਾ ਟੀਕਾ ਕੋਵਿਡ-19 ਦਾ ਲਗਵਾ ਸਕਦੇ ਨੇ। ਇਸ ਤੋਂ ਪਹਿਲਾਂ ਜੋ ਓਨਟਾਰੀਓ ਨੇ ਫੈਸਲਾ ਲਿਆ ਸੀ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਮੰਗਲਵਾਰ ਤੋਂ ਉੱਥੇ 40 ਸਾਲ ਤੇ 40 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀਆਂ ਦੇ ਐਸਟਰਾਜ਼ੈਨੇਕਾ ਦੇ ਟੀਕੇ ਲੱਗਣੇ ਸ਼ੁਰੂ ਹੋਣਗੇ। ਤਾਂ ਉਧਰ ਬ੍ਰਿਟਿਸ਼ ਕੋਲੰਬੀਆ ਨੇ ਵੀ ਕੁਝ ਅਜਿਹਾ ਹੀ ਫੈਸਲਾ ਲੈ ਲਿਆ। ਸਿਰਫ ਇਹੀ ਨਹੀਂ ਸਗੋਂ ਕੋਵਿਡ-19 ਟੀਕਿਆਂ ਦੇ ਵਾਸਤੇ ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਵਾਲੇ ਵੀ ਰਜਿਸਟਰ ਕਰ ਸਕਦੇ ਨੇ। ਤਾਂ ਉਧਰ ਬ੍ਰਿਟਿਸ਼ ਕੋਲੰਬੀਆ ਤੋਂ ਸੈਂਟਰ ਫਾਰ ਡਿਸੀਜ਼ ਕੰਟਰੋਲ ਵਿਭਾਗ ਨੇ ਉਹਨਾਂ ਇੰਟਰਨੈਸ਼ਨਲ ਫਲਾਈਟਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਨ੍ਹਾਂ ਦੇ ਵਿੱਚ ਕੋਵਿਡ-19 ਦੇ ਮਰੀਜ਼ ਪਾਏ ਗਏ, ਜਿਨ੍ਹਾਂ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਜਿਵੇਂ ਕਿ ਇਸ ਸਮੇਂ ਸਿਰਫ ਇੰਟਰਨੈਸ਼ਨਲ ਫਲਾਈਟਸ ਵੈਨਕੂਵਰ ਦੇ ਵਿੱਚ ਹੀ ਆ ਸਕਦੀਆਂ ਨੇ, ਤਾਂ ਵੈਨਕੂਵਰ ਦੇ ਵਿੱਚ ਪਹੁੰਚੀਆਂ ਫਲਾਈਟਸ ਦੇ ਵਿੱਚ ਕਿਹੜੀਆਂ ਫਲਾਈਟਾਂ ਨੇ ਜਿਨ੍ਹਾਂ ਵਿੱਚ ਕੋਵਿਡ-19 ਦੇ ਮਰੀਜ਼ ਪਾਏ ਗਏ ਨੇ। ਤਾਂ ਉਸ ਦੇ ਬਾਰੇ ਬਹੁਤ ਗਿਣਤੀ ਦੇ ਵਿੱਚ ਇਹ ਫਲਾਈਟਾਂ ਨੇ, ਪਰ ਅਸੀਂ ਤੁਹਾਨੂੰ ਜਿਹੜੀ ਜਾਣਕਾਰੀ ਦੇਵਾਂਗੇ ਉਹ ਜਿਹੜੀਆਂ ਭਾਰਤ ਤੋਂ ਵੈਨਕੂਵਰ ਦੇ ਵਿੱਚ ਫਲਾਈਟਾਂ ਪਹੁੰਚੀਆਂ ਨੇ ਉਸ ਦੇ ਬਾਰੇ ਹੈ।
ਬ੍ਰਿਟਿਸ਼ ਕੋਲੰਬੀਆ ਸੈਂਟਰ ਫਾਰ ਡਿਸੀਜ਼ ਕੰਟਰੋਲ ਵਿਭਾਗ ਦੇ ਵੱਲੋਂ ਤਾਜ਼ਾ ਸੂਚੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹ ਇੰਟਰਨੈਸ਼ਨਲ ਫਲਾਈਟਸ ਜਿਨ੍ਹਾਂ ਦੇ ਵਿੱਚ ਕੋਵਿਡ-19 ਦੇ ਮਾਮਲੇ ਪਾਏ ਗਏ ਨੇ ਉਸ ਦੇ ਬਾਰੇ ਦੱਸਿਆ ਗਿਆ ਹੈ। ਜਿਵੇਂ ਕਿ ਇਸ ਸਮੇਂ ਸਿਰਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਨਕੂਵਰ ਦੇ ਵਿੱਚ ਹੀ ਫਲਾਈਟਾਂ ਲੈਂਡ ਹੋ ਰਹੀਆਂ ਨੇ ਜਿਹੜੀਆਂ ਇੰਟਰਨੈਸ਼ਨਲ ਨੇ, ਜਿਸ ਕਰਕੇ ਵੈਨਕੂਵਰ 에ਅਰਪੋਰਟ ਤੋਂ ਹੀ ਇਹ ਸਾਰੀ ਜਾਣਕਾਰੀ ਹੈ, ਜਿਸ ਦੇ ਵਿੱਚ ਜੋ ਹੁਣ ਕੋਵਿਡ-19 ਦੇ ਮਾਮਲੇ ਭਾਰਤ ਤੋਂ ਵੈਨਕੂਵਰ ਆਉਣ ਵਾਲੀਆਂ ਫਲਾਈਟਾਂ ਦੇ ਵਿੱਚ ਸਾਹਮਣੇ ਆਏ ਨੇ ਉਹਨਾਂ ਦੇ ਬਾਰੇ ਤੁਹਾਨੂੰ ਦੱਸਾਂਗੇ। ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਉਹ ਅਪ੍ਰੈਲ 16 ਨੂੰ ਆਇਆ ਹੈ 에ਅਰ ਕੈਨੇਡਾ ਦੀ ਫਲਾਈਟ ਨੰਬਰ 45 ਦੇ ਵਿੱਚ, ਜੋ ਕਿ ਦਿੱਲੀ ਤੋਂ ਵੈਨਕੂਵਰ ਪਹੁੰਚੀ, ਜਿਸ ਦੇ ਵਿੱਚ 12 ਤੋਂ 14 ਤੱਕ ਰੋਜ਼ ਨੇ ਜਿਨ੍ਹਾਂ ਦੇ ਉੱਤੇ ਪ੍ਰਭਾਵ ਪਿਆ ਹੋ ਸਕਦਾ ਹੈ, ਜਿੱਥੇ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਨੇ। 에ਅਰ ਇੰਡੀਆ ਦੀ ਫਲਾਈਟ ਨੰਬਰ 185 ਜੋ ਕਿ 14 ਅਪ੍ਰੈਲ ਨੂੰ ਦਿੱਲੀ ਤੋਂ ਵੈਨਕੂਵਰ ਪਹੁੰਚੀ, ਉਸ ਦੇ ਵਿੱਚ ਵੀ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹੋ ਸਕਦੇ ਨੇ, ਜਾਣਕਾਰੀ ਦਿੱਤੀ ਗਈ ਹੈ। ਉਸ ਤੋਂ ਬਾਅਦ 에ਅਰ ਕੈਨੇਡਾ ਦੀ ਫਲਾਈਟ ਨੰਬਰ 45 ਜੋ ਕਿ 11 ਅਪ੍ਰੈਲ ਨੂੰ ਆਈ ਸੀ ਦਿੱਲੀ ਤੋਂ ਵੈਨਕੂਵਰ, ਉਸ ਦੇ ਵਿੱਚ ਵੀ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਵਿੱਚ 23 ਤੋਂ 29, 37 ਤੋਂ 43 ਇਹ ਕਤਾਰਾਂ ਨੇ ਜਿਨ੍ਹਾਂ ਦੇ ਉੱਤੇ ਕੋਵਿਡ-19 ਦੇ ਮਾਮਲਿਆਂ ਦਾ ਪ੍ਰਭਾਵ ਪਿਆ ਹੋ ਸਕਦਾ ਹੈ। ਇਸ ਦੇ ਨਾਲ ਹੀ 에ਅਰ ਇੰਡੀਆ ਦੀ ਫਲਾਈਟ ਨੰਬਰ 185 ਜੋ 11 ਅਪ੍ਰੈਲ ਨੂੰ ਹੀ ਆਈ ਦਿੱਲੀ ਤੋਂ ਵੈਨਕੂਵਰ, ਉਸ ਦੇ ਵਿੱਚ ਵੀ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਨੇ। ਤਾਂ ਉਸ ਤੋਂ ਬਾਅਦ 에ਅਰ ਕੈਨੇਡਾ ਦੀ ਫਲਾਈਟ ਨੰਬਰ 45 ਜੋ 9 ਅਪ੍ਰੈਲ ਨੂੰ ਦਿੱਲੀ ਤੋਂ ਵੈਨਕੂਵਰ ਆਈ, ਉਸ ਦੇ ਵਿੱਚ 38 ਤੋਂ 44 ਨੰਬਰ ਕਤਾਰਾਂ ਨੇ ਜਿਨ੍ਹਾਂ ਤੇ ਮੌਜੂਦ ਯਾਤਰੀਆਂ ਤੇ ਪ੍ਰਭਾਵ ਪਿਆ ਹੋ ਸਕਦਾ ਹੈ। 에ਅਰ ਕੈਨੇਡਾ ਤੇ ਯੂਨਾਈਟਿਡ 에ਅਰਲਾਈਨਸ ਦੀ ਫਲਾਈਟ ਜੋ ਕਨੈਕਟਡ ਫਲਾਈਟ ਸੀ ਦਿੱਲੀ ਤੋਂ ਵੈਨਕੂਵਰ ਪਹੁੰਚੀ, ਪਹਿਲਾਂ 45 ਨੰਬਰ ਫਿਰ 8153 ਜੋ 9 ਅਪ੍ਰੈਲ ਨੂੰ ਆਈ, ਉਸ ਦੇ ਵਿੱਚ 18 ਤੋਂ 26 ਤੇ 37 ਤੋਂ 43 ਨੰਬਰ ਕਤਾਰਾਂ ਨੇ ਜਿਨ੍ਹਾਂ ਦੇ ਉੱਤੇ ਕੋਵਿਡ-19 ਦੇ ਮਾਮਲਿਆਂ ਦਾ ਪ੍ਰਭਾਵ ਪਿਆ ਹੋ ਸਕਦਾ ਹੈ, ਕਿਉਂਕਿ ਕੋਵਿਡ-19 ਦੇ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ 에ਅਰ ਇੰਡੀਆ ਦੀ ਫਲਾਈਟ ਨੰਬਰ 185 ਜੋ 9 ਅਪ੍ਰੈਲ ਨੂੰ ਦਿੱਲੀ ਤੋਂ ਵੈਨਕੂਵਰ ਆਈ, ਉਸ ਦੇ ਵਿੱਚ ਵੀ ਕੋਵਿਡ-19 ਦੇ ਮਾਮਲੇ ਪਾਏ ਗਏ। 에ਅਰ ਕੈਨੇਡਾ ਦੀ ਫਲਾਈਟ ਨੰਬਰ 45 ਜੋ ਅਪ੍ਰੈਲ 7 ਨੂੰ ਦਿੱਲੀ ਤੋਂ ਵੈਨਕੂਵਰ ਆਈ, ਉਸ ਦੇ ਵਿੱਚ 40 ਤੋਂ 46 ਤੱਕ ਕਤਾਰਾਂ ਵਿੱਚ ਕੋਵਿਡ-19 ਦੇ ਮਾਮਲਿਆਂ ਦਾ ਪ੍ਰਭਾਵ ਪਿਆ ਹੋ ਸਕਦਾ ਹੈ। 에ਅਰ ਇੰਡੀਆ ਦੀ ਫਲਾਈਟ ਨੰਬਰ 185 ਜੋ 7 ਅਪ੍ਰੈਲ ਨੂੰ ਦਿੱਲੀ ਤੋਂ ਵੈਨਕੂਵਰ ਆਈ, ਉਸ ਦੇ ਵਿੱਚ ਵੀ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਨੇ। ਉਸ ਤੋਂ ਪਹਿਲਾਂ 에ਅਰ ਕੈਨੇਡਾ ਦੀ ਫਲਾਈਟ ਨੰਬਰ 45 ਜੋ 4 ਅਪ੍ਰੈਲ ਨੂੰ ਦਿੱਲੀ ਤੋਂ ਵੈਨਕੂਵਰ ਆਈ, ਉਸ ਦੇ ਵਿੱਚ ਵੀ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਵਿੱਚ 26 ਤੋਂ 30 ਤੱਕ ਕਤਾਰਾਂ ਦੇ ਵਿੱਚ ਜੋ ਯਾਤਰੀ ਬੈਠੇ ਹੋਣਗੇ ਉਹਨਾਂ ਦੇ ਉੱਤੇ ਕੋਵਿਡ-19 ਦੇ ਮਾਮਲਿਆਂ ਦਾ ਪ੍ਰਭਾਵ ਪਿਆ ਹੋ ਸਕਦਾ ਹੈ। 에ਅਰ ਇੰਡੀਆ ਦੀ ਫਲਾਈਟ ਨੰਬਰ 185 ਜੋ 4 ਅਪ੍ਰੈਲ ਨੂੰ ਦਿੱਲੀ ਤੋਂ ਵੈਨਕੂਵਰ ਪਹੁੰਚੀ, ਉਸ ਦੇ ਵਿੱਚ ਵੀ ਇਹ ਮਾਮਲੇ ਸਾਹਮਣੇ ਆਏ ਨੇ। ਇਹ ਇੰਟਰਨੈਸ਼ਨਲ ਫਲਾਈਟਸ ਜੋ ਭਾਰਤ ਤੋਂ ਵੈਨਕੂਵਰ ਪਹੁੰਚੀਆਂ ਉਹਨਾਂ ਦੇ ਬਾਰੇ ਜਾਣਕਾਰੀ ਹੈ, ਜਿਸ ਦੇ ਬਾਰੇ ਬ੍ਰਿਟਿਸ਼ ਕੋਲੰਬੀਆ ਸੈਂਟਰ ਫਾਰ ਡਿਸੀਜ਼ ਕੰਟਰੋਲ ਦੇ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਇਹਨਾਂ ਮਾਮਲਿਆਂ ਦੇ ਬਾਰੇ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਤਾਜ਼ੀਆਂ ਖਬਰਾਂ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।